Hello, dear learners. You're welcome in today's session. In the last session, we had discussed about structural approach, its principle, definitions, gradation and selection of structures. Today, we will discuss is another aspects, meanings of structures, advantages of structures, demerits of structural approach. Let's start. Meaning of structures. ਸਟਰਕਚਰ ਬਾਰੇ ਤੁਹਾਨੂੰ ਪਹਿਲਾਂ ਵੀ ਥੋੜ੍ਹਾ ਬਹੁਤਾ ਮੈਂ ਦੱਸ ਦਿੱਤਾ ਕਿ ਕੀ ਹੁੰਦਾ ਹੈ. ਦਿਸ ਇਜ਼ ਨਾਟ ਅ ਸੈਂਟੈਂਸ ਸਮਬਟ in the form of sentence but not complete sentence. A sentence is a group of words arranged in a systematic and grammatical way to give a certain meaning. ਧਿਆਨ ਨਾਲ ਆਪਾਂ ਇਸ ਦਾ ਮੀਨਿੰਗ ਸਮਝੋ ਬੇਟਾ ਕਿ ਸੈਂਟੈਂਸ ਕੀ ਹੁੰਦਾ ਹੈ. ਗਰੁੱਪ ਆਫ ਵਰਡਸ ਕਿਸ ਤਰ੍ਹਾਂ ਅਰੇਂਜ ਕੀਤਾ ਹੁੰਦਾ ਹੈ. ਸਿਸਟਮੈਟਿਕ ਐਂਡ ਗ੍ਰਾਮੈਟੀਕਲ ਵੇ ਟੂ ਗਿਵ ਅ ਸਰਟੇਨ ਮੀਨਿੰਗ. ਉਸ ਦਾ ਇੱਕ ਵਿਸ਼ੇਸ਼ ਅਰਥ ਹੁੰਦਾ ਹੈ. ਤਾਂ ਸਟਰਕਚਰ ਕੀ ਆ. ਆ ਸਟਰਕਚਰ ਮੇ ਔਰ ਮੇ ਨੋਟ ਹੈਵ ਅ ਗ੍ਰਾਮੈਟੀਕਲ ਬੈਕਗਰਾਊਂਡ. ਉਹ ਗ੍ਰਾਮੈਟੀਕਲ ਸਹੀ ਵੀ ਹੋ ਸਕਦੀ ਹੈ ਨਹੀਂ ਵੀ. ਜਿਵੇਂ ਪਿੱਛੇ ਫਰੇਜ਼ ਕੀਤਾ ਸੀ ਔਨ ਦਾ ਟੇਬਲ, ਇਨ ਦਾ ਰੂਮ, ਇਨ ਦਾ ਲਾਈਬ੍ਰੇਰੀ. In a structure, only the arrangement of words in a certain order is important. Structure ਦੇ ਵਿੱਚ words order ਦੇ ਵਿੱਚ ਤਾਂ ਹੋਣਗੇ in a certain order without the use of a grammatical rule. ਪਰ ਉਹ ਚ ਨਹੀਂ ਕਿ ਨਾउन ਹੈ ਜਾਂ ਸਬਜੈਕਟ ਹੈ ਫਿਰ verb ਹੈ ਫਿਰ ਆਬਜੈਕਟ ਹੈ, ਇਸ ਤਰ੍ਹਾਂ ਦਾ ਫਾਰਮੂਲਾ ਇਸ 'ਤੇ ਲਾਗੂ ਨਹੀਂ ਹੋਏਗਾ. I think you have understood about it. What is sentence and what is structure? Sentence is somewhat different than structure. Sentence is fully systematic and grammatical to give the meaning. A structure also give the meaning but not fully grammatical. Its words are also in a arrangement in a certain order but without the use of a grammatical rule. First of all, we have to understood the meaning of structures. What is structure? I think now it's clear. ਸਟਰਕਚਰ ਜਿਹੜਾ ਸੈਂਟੈਂਸ ਨਹੀਂ ਹੁੰਦਾ, ਸੈਂਟੈਂਸ ਵਰਗਾ ਹੁੰਦਾ. ਜੇ ਆਪਾਂ ਪੰਜਾਬੀ ਦੇ ਵਿੱਚ ਕਹੀਏ ਉਹਦਾ ਸਰਟੇਨ ਆਰਡਰ ਦੇ ਵਿੱਚ ਵਰਡਸ ਹੁੰਦੇ ਨੇ ਪਰੰਤੂ ਪੂਰਾ ਵਾਕ ਸਿਸਟੇਮੈਟਿਕ ਅਤੇ ਗ੍ਰਾਮੈਟੀਕਲ ਮੀਨਿੰਗ ਵਾਲਾ ਨਹੀਂ ਹੁੰਦਾ. ਲੈਟਸ ਗੋ ਅਹੈਡ. ਆਈ ਥਿੰਕ ਇਟਸ ਕਲੀਅਰ. ਓਕੇ. ਕਾਈਂਡਸ ਆਫ ਸਟਰਕਚਰਸ. ਕਿੰਨੇ ਤਰ੍ਹਾਂ ਦੀਆਂ ਸਟਰਕਚਰਸ ਨੇ. ਵੈਸੇ ਆਪਾਂ ਇਹਦੇ ਬਾਰੇ ਥੋੜ੍ਹਾ ਪਹਿਲਾਂ ਕਰ ਚੁੱਕੇ. ਉਹਦੇ ਨਾਲ ਜਿਵੇਂ ਆਪਾਂ ਗ੍ਰੇਡੇਸ਼ਨ ਵਗੈਰਾ ਕੀਤੀ ਉਹਦੇ ਨਾਲ ਕਾਫੀ ਕਲੀਅਰ ਹੋ ਜਾਂਦਾ. ਸੈਂਟੈਂਸ ਪੈਟਰਨ, ਨੋਟ ਸੈਂਟੈਂਸ, ਸੈਂਟੈਂਸ ਪੈਟਰਨ. ਉਹ ਅਸਰਟਿਵ ਵੀ ਹੋ ਸਕਦਾ ਹੈ, ਇੰਟਰੋਗੇਟਿਵ ਵੀ ਹੋ ਸਕਦਾ ਹੈ, ਇੰਪੇਰੇਟਿਵ ਵੀ ਹੋ ਸਕਦਾ ਹੈ. ਕਲੀਅਰ. ਫਰੇਜ਼ ਦੇ ਵਿੱਚ ਔਨ ਦਾ ਟੇਬਲ, ਇਨ ਦਾ ਮਾਰਕੀਟ, ਇਨ ਦਾ ਲਾਈਬ੍ਰੇਰੀ, ਇਨ ਦਾ ਰੂਮ, ਕੁਛ ਵੀ ਇਸ ਤਰ੍ਹਾਂ ਦਾ ਲੈ ਸਕਦੇ ਹਾਂ. ਫਰੇਜ਼ not a sentence. Sentence pattern not a sentence. ਇਹ ਧਿਆਨ 'ਚ ਰੱਖਣਾ ਕਿ ਸੈਂਟੈਂਸ ਨਹੀਂ ਹੈ, ਸੈਂਟੈਂਸ ਪੈਟਰਨ ਹੈ. ਫਾਰਮੂਲੇ ਕਿਸ ਤਰ੍ਹਾਂ ਜਿਹੜੇ ਆਪਣੇ ਪੈਟ ਜੇ ਜਿਵੇਂ ਸ਼ਬਦ ਹੁੰਦੇ ਨੇ ਆਪਾਂ ਐਵੇਂ ਵਰਤਦੇ ਹਾਂ. ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਨਾਈਟ, ਐਕਸਕਿਊਜ਼ ਮੀ, ਥੈਂਕ ਯੂ, ਵੈਲ ਡਨ. ਇਹ ਸਾਰੇ ਫਾਰਮੂਲਾਜ਼ ਆਪਾਂ ਆਮ ਰੂਟੀਨ ਦੇ ਵਿੱਚ ਡੇਲੀ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ. ਅਤੇ ਇਹਦਾ ਬਹੁਤ ਜ਼ਿਆਦਾ ਮਹੱਤਵ ਹੈ ਕਿ ਕਈ ਵਾਰ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਇਹਨਾਂ ਸ਼ਬਦਾਂ ਦਾ, ਇਹਨਾਂ ਸਟਰਕਚਰਸ ਦਾ ਪ੍ਰਯੋਗ ਕਰਨਾ. ਅਤੇ ਬੜੀ ਈਜ਼ੀ ਵਨ ਸਟਰਕਚਰਸ ਨੇ ਇਹ, ਪਰ ਸਮਝਾਉਣ ਦੀ ਜ਼ਰੂਰਤ ਹੈ. ਈਡੀਅਮਸ, ਟਾਈਮ ਇਜ਼ ਮਨੀ, ਬੈਡ ਐਪਲ. ਦੇਖੋ ਈਡੀਅਮਸ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਵਰਡ ਟੂ ਵਰਡ ਮੀਨਿੰਗ ਨਾ ਹੋਵੇ, ਪੂਰੇ ਦਾ ਇੱਕ ਅਲੱਗ ਮੀਨਿੰਗ ਹੋਵੇ. ਜਿਵੇਂ ਟਾਈਮ ਇਜ਼ ਮਨੀ, ਜੇ ਆਪਾਂ ਮੀਨਿੰਗ ਕਰਾਂਗੇ ਤਾਂ ਕੀ ਟਾਈਮ ਪੈਸਾ ਹੈ? ਨੋ. ਟਾਈਮ ਇਜ਼ ਮਨੀ ਦਾ ਮਤਲਬ ਕਿ ਟਾਈਮ ਬਹੁਤ ਕੀਮਤੀ ਹੈ, ਇਸ ਨੂੰ ਵੇਸਟ ਨਹੀਂ ਕਰਨਾ ਚਾਹੀਦਾ. ਕਿਸੇ ਨੂੰ ਆਪਾਂ ਸਮਝਾਉਣ ਵੇਲੇ ਮਤਲਬ ਤੁਹਾਨੂੰ ਮੈਂ ਕਹਾਂ ਬੇਟਾ ਡੀਅਰ ਸਟੂਡੈਂਟਸ ਟਾਈਮ ਇਜ਼ ਮਨੀ ਸੋ ਡੋਂਟ ਵੇਸਟ ਇਟ ਐਂਡ ਸਟੱਡੀ ਪ੍ਰੋਪਰਲੀ. ਬੈਡ ਐਪਲ, ਬੈਡ ਐਪਲ ਜਿਹੜਾ ਅੱਛਾ ਨਹੀਂ ਹੋਏਗਾ ਉਸ ਲਈ ਯੂਜ਼ ਕੀਤਾ ਜਾਊਗਾ ਬੈਡ ਐਪਲ ਨੈਚੁਰਲੀ. ਬੈਡ ਐਪਲ ਦਾ ਮਤਲਬ ਬੁਰਾ ਸੇਬ ਨਹੀਂ, ਬੁਰਾ ਵਿਅਕਤੀ, ਇੱਕ ਰੋਂਗ ਪਰਸਨ, ਰੋਂਗ ਡੂਅਰ, not apple. ਚਲੋ ਅੱਗੇ ਚੱਲਦੇ ਹਾਂ ਆਪਾਂ. ਆਬਜੈਕਟਿਵਸ ਆਫ ਸਟਰਕਚਰਲ ਅਪਰੋਚ. ਕਿਹੜੇ ਆਬਜੈਕਟਿਵਸ ਨੇ ਇਹਦੇ, ਕੀ ਚਾਹੁੰਦੀ ਹੈ ਸਟਰਕਚਰ ਅਪਰੋਚ ਦੇ ਨਾਲ, ਆਪਾਂ ਕੀ ਕਰਨਾ ਚਾਹੁੰਦੇ ਹਾਂ, ਕੀ ਸਿੱਖਣਾ ਚਾਹੁੰਦੇ ਹਾਂ. ਮਾਸਟਰੀ ਓਵਰ 275 ਗ੍ਰੇਡਡ ਸਟਰਕਚਰਸ. ਮਾਸਟਰੀ ਓਵਰ 275 ਗ੍ਰੇਡਡ ਸਟਰਕਚਰਸ. ਕਿ ਬੱਚਿਆਂ ਨੂੰ
275 graded structures on ਲੱਗ ਜਾਣ। ਮਾਸਟਰਲੀ ਓਵਰ ਬਕੈਬ ਆਫ 3000 ਵਰਡਸ, ਉਹਨਾਂ ਨੂੰ 3000 ਵਰਡਸ ਆ ਜਾਣਗੇ। ਹੁਣ ਆਪਾਂ ਪਹਿਲਾਂ ਕਿਹਾ ਸੀ ਕਿ ਸਟਰਕਚਰ 'ਤੇ ਜ਼ੋਰ ਦੇਣਾ, ਬਕੈਬ 'ਤੇ ਨਹੀਂ। ਹਾਂਜੀ ਬੇਟਾ ਬਿਲਕੁਲ ਸਹੀ ਹੈ। ਜਦੋਂ ਅਸੀਂ ਸਟਰਕਚਰਸ ਕਰਾਵਾਂਗੇ ਤਾਂ ਨੈਚੁਰਲੀ ਸਟਰਕਚਰਸ ਦੇ ਵਿੱਚ ਕੀ ਹੁੰਦੇ ਨੇ, ਵਰਡਸ ਹੁੰਦੇ ਨੇ। ਦੇਖੋ ਸਟਰਕਚਰਸ ਘੱਟ ਨੇ, ਵਰਡਸ ਜ਼ਿਆਦਾ ਨੇ, ਤਾਂ ਆਪਣੇ ਆਪ ਵਰਡਸ ਉਹਨੇ ਆ ਜਾਣਗੇ। ਮੰਨ ਲਓ ਥੈਂਕ ਯੂ ਵੀ ਹੈ ਤਾਂ 2 ਵਰਡ ਆ ਗਏ। ਕੋਰਿਲੇਟ ਗ੍ਰਾਮਰ ਐਂਡ ਕੰਪੋਜੀਸ਼ਨ ਵਿਦ ਰੀਡਿੰਗ ਲੈਸਨਸ, ਜਦੋਂ ਅਸੀਂ ਰੀਡ ਕਰ ਲੈਂਦੇ ਆਪਾਂ ਕਹਿੰਦੇ ਪੜ੍ਹ ਲਿਆ, ਪਰ ਉਸ ਤੋਂ ਬਾਅਦ ਉਹਦਾ ਮੀਨਿੰਗ ਸਮਝ ਆਉਣਾ। ਗ੍ਰਾਮਰ ਅਤੇ ਕੰਪੋਜੀਸ਼ਨ ਦੋਨਾਂ ਨੂੰ ਰਿਲੇਟ ਕਰਕੇ ਪੜ੍ਹਾਉਣਾ, ਨਾ ਕਿ ਕੇਵਲ ਗ੍ਰਾਮਰ 'ਤੇ ਹੀ ਜ਼ੋਰ ਦੇ ਜਾਣਾ। 4 ਫੰਡਾਮੈਂਟਲ ਸਕਿੱਲਸ LSW ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ। ਅੰਡਰਸਟੈਂਡਿੰਗ ਵੀ ਲਿਸਨਿੰਗ 'ਚ ਹੀ ਆ ਜਾਂਦਾ ਹੈ। ਲਿਸਨ ਕਰਕੇ ਆਪਾਂ ਕਿਸੇ ਗੱਲ ਨੂੰ ਅੰਡਰਸਟੈਂਡ ਕਰਦੇ ਹਾਂ। ਲਿਸਨ ਮੀਨਸ ਅੰਡਰਸਟੈਂਡਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ। ਚਾਰੇ ਸਕਿੱਲਸ ਦਾ ਸਾਨੂੰ ਪਤਾ ਹੋਵੇ। ਓਰਲ ਅਪਰੋਚ ਮੈਂ ਪਹਿਲਾਂ ਹੀ ਦੱਸਤਾ। ਔਰਲ ਦਾ ਮੀਨਿੰਗ ਹੁੰਦਾ ਸੁਣਨ ਨਾਲ ਸੰਬੰਧਿਤ ਹੈ। ਔਰਲ ਜਿਹੜਾ ਹੈ ਉਹ ਕਿਹਦੇ ਨਾਲ ਸੰਬੰਧਿਤ ਹੈ ਬੇਟਾ, ਸੁਣਨ ਨਾਲ, ਸ਼ਰਵਨ ਨਾਲ, ਅਤੇ ਓਰਲ ਬੋਲਣ ਨਾਲ, ਯਾਨੀ ਕਿ ਲਿਸਨਿੰਗ, ਸਪੀਕਿੰਗ, ਅਪਰੋਚ, ਜਿਸ ਵਿੱਚ ਲਿਸਨ ਕਰਨਾ, ਸੁਣਨਾ, ਬੋਲਣਾ। ਕਿਉਂਕਿ ਟੀਚਰ ਬੋਲੇਗਾ ਪਹਿਲੇ, ਮਾਡਲ ਸਪੀਕਿੰਗ ਹੋਊਗੀ ਅਤੇ ਬੱਚਾ ਉਹਦਾ ਜਵਾਬ ਦੇਗਾ, ਬੱਚਾ ਉਸਨੂੰ ਯਾਦ ਕਰਕੇ ਬੋਲੇਗਾ। ਓਰਲ ਅਪਰੋਚ ਹੋਗੀ। ਐਕਟੀਵਿਟੀ ਮੈਥਡ, ਕਿ ਟੀਚਰ ਨੇ ਕੋਈ ਫਰੇਜ਼ ਦਿੱਤੀ ਤਾਂ ਸਟੂਡੈਂਟਸ ਨੇ ਉਸਨੂੰ ਰਿਪੀਟ ਕੀਤਾ, ਡਰਿਲ ਮੈਥਡ ਦੇ ਨਾਲ ਸਿੱਖ ਲਿਆ। ਐਕਟਿਵ ਰਹਿੰਦਾ ਸਟੂਡੈਂਟ, ਕਿਉਂਕਿ ਟੀਚਰ ਨੇ ਜੋ ਸਟਰਕਚਰ ਉਸਨੂੰ ਸਿਖਾਉਣੀ ਹੈ ਉਹ ਬੋਲੇਗਾ ਅਤੇ ਬੱਚਾ ਉਸਨੂੰ ਸੁਣੇਗਾ। ਸੁਣ ਕੇ ਕੇਵਲ ਪੈਸਿਵ ਲਰਨਰ, ਪੈਸਿਵ ਲਿਸਨਰ ਨਹੀਂ ਬਣੇਗਾ, ਉਹ ਸਪੋਕਨ ਫਾਰਮ ਦੇ ਵਿੱਚ ਉਸਨੂੰ ਯੂਜ਼ ਕਰੇਗਾ। ਦੀਜ਼ ਆਰ ਦੀ ਓਬਜੈਕਟਿਵਸ, ਮੇਨ ਓਬਜੈਕਟਿਵਸ ਇਹਦੇ ਨੇ, ਮਤਲਬ ਇਸ ਅਪਰੋਚ ਦੇ ਨੇ ਇਹ। ਮੈਥਡਸ ਆਫ ਟੀਚਿੰਗ ਸਟਰਕਚਰਸ, ਹੁਣ ਕਿਸ ਮੈਥਡ ਨਾਲ ਟੀਚ ਕੀਤੀਆਂ ਜਾਣ ਸਟਰਕਚਰਸ, ਕਿਹੜਾ ਵੀ ਮੈਥਡ ਯੂਜ਼ ਕਰ ਸਕਦੇ ਹਾਂ ਵੈਸੇ ਤਾਂ ਆਪਾਂ, ਜੋ ਟੀਚਰ ਨੂੰ ਈਜ਼ੀ ਲੱਗਦਾ ਹੈ। ਪਰ ਆਪਾਂ ਕਿਸ ਦੀ ਗੱਲ ਕਰਨੇ ਆ, 1-2 ਮੈਥਡ ਜਿਹੜੇ ਜ਼ਿਆਦਾ ਯੂਜ਼ ਕੀਤੇ ਨੇ, ਕਿ ਡਰਿਲ ਮੈਥਡ। ਵੈਸੇ ਡਰਿਲ ਮੈਥਡ ਹਰ ਥਾਂ 'ਤੇ ਯੂਜ਼ ਹੁੰਦਾ ਹੈ। ਪ੍ਰੈਕਟਿਸ 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 ਇਜ਼ ਦ ਲਾਅ ਆਫ ਲਰਨਿੰਗ। Palmer's substitution method or any other method to teach structures. Palmer's substitution method, ਮੈਂ ਤੁਹਾਨੂੰ ਇਹਦੇ ਬਾਰੇ ਦੱਸਦੀ ਹਾਂ। ਸਬਸਟੀਟਿਊਸ਼ਨ ਦੇ ਵਿੱਚ ਕੀ ਹੁੰਦਾ ਕਿ ਇੱਕ ਸ਼ਬਦ ਨੂੰ ਰਿਪਲੇਸ ਕਰਕੇ ਕਿੰਨੇ ਸਾਰੇ ਵਾਕ ਅਸੀਂ ਬਣਾ ਸਕਦੇ ਹਾਂ। ਅੱਗੇ ਦੀ ਐਗਜ਼ਾਮਪਲਸ ਨਾਲ ਮੈਂ ਤੁਹਾਨੂੰ ਸਮਝਾਉਣੀ ਆ। In drill method, a lot of oral and written practice of the structures help the learner in attaining the mastery of structures. ਕਿਸ ਤਰ੍ਹਾਂ ਬੇਟਾ, ਮੰਨ ਲਓ ਆਪਾਂ ਬੱਚਿਆਂ ਨੂੰ ਡਰਿਲ ਕਰਵਾ ਰਹੇ ਹਾਂ, ਕੋਈ ਵੀ ਸਟਰਕਚਰ ਆਪਾਂ ਬੋਲੀ ਬੱਚਿਆਂ ਨੂੰ, ਪਹਿਲਾਂ ਬੋਲਤੀ ਟੀਚਰ ਨੇ, ਬੱਚੇ ਓਰਲੀ ਪ੍ਰੈਕਟਿਸ ਕਰਾਂਗੇ, ਫਿਰ ਉਹਨਾਂ ਨੂੰ ਆਪਾਂ ਘਰ ਤੋਂ ਰਿਟਨ ਫਾਰਮ ਦੇ ਵਿੱਚ ਦੇਤੀ, ਰਿਟਨ ਪ੍ਰੈਕਟਿਸ ਵੀ ਹੋ ਜੂ, ਕਿਉਂਕਿ ਰਿਟਨ ਪ੍ਰੈਕਟਿਸ ਦੇ ਨਾਲ ਥੋੜ੍ਹੀ ਚੀਜ਼ ਜਿਹੜੀ ਉਹ ਸੋਲਿਡ ਹੋ ਜਾਏਗੀ, ਬੱਚੇ ਦੇ ਮਾਈਂਡ ਦੇ ਵਿੱਚ ਉਹ ਉਕਰ ਜਾਏਗੀ। ਇਹਦੇ ਨਾਲ ਕੀ ਹੋ, ਉਸ ਸਟਰਕਚਰ ਦੀ ਮਾਸਟਰੀ ਉਹਨੂੰ ਹੋ ਜਾਏਗੀ। ਸੈਂਟੈਂਸ ਭਾਵੇਂ ਨਹੀਂ ਆਇਆ ਪਰ ਸਟਰਕਚਰ ਉਹਨੂੰ ਆ ਜਾਏਗੀ। ਦਿਸ ਐਕਟੀਵਿਟੀ ਮੇ ਬੀ ਡਨ ਇਨ ਗਰੁੱਪਸ ਔਰ ਇੰਡੀਵਿਜੂਅਲ, ਹੋ ਸਕਦਾ ਬੱਚੇ ਗਰੁੱਪ ਦੇ ਵਿੱਚ ਨਾ ਸਮਝ ਸਕਣ ਤਾਂ ਇਕੱਲੇ ਬੱਚੇ ਨੂੰ ਵੀ ਪ੍ਰੈਕਟਿਸ ਕਰਵਾਈ ਜਾ ਸਕਦੀ ਹੈ, ਔਰ ਗਰੁੱਪ ਦੇ ਵਿੱਚ ਕਰਦੇ ਨੇ ਤਾਂ ਇਟਸ ਬੈਟਰ। ਤਾਂ ਡਰਿਲ ਮੈਥਡ ਆਪਾਂ ਯੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਸਬਸਟੀਟਿਊਸ਼ਨ ਮੈਥਡ ਕੀ ਹੈ ਬੱਚਿਓ, ਸਬਸਟੀਟਿਊਸ਼ਨ ਮੈਥਡ ਦੇ ਵਿੱਚ ਕੀ ਆ ਜਾਂਦਾ ਹੈ, ਪਹਿਲਾਂ ਤਾਂ ਇਹ ਸਮਝੋ ਕਿ ਕੀ ਹੈ। ਪਾਮਰ ਤਾਂ ਇੱਕ ਇੰਗਲਿਸ਼ ਦਾ ਉਹ ਲਾ ਲਓ, ਆਪਾਂ ਰਾਈਟਰ ਕਹਿ ਲਓ, ਇੰਗਲਿਸ਼ ਬਾਰੇ ਜਿਹਨੇ ਅਪਰੋਚ ਬਾਰੇ ਦੱਸਿਆ, ਇਸ ਬਾਰੇ ਰਿਸਰਚ ਕੀਤੀ। ਸਬਸਟੀਟਿਊਟ ਕੀ ਹੈ, ਇਹਦਾ ਮਤਲਬ ਬਦਲ ਹੁੰਦਾ। ਬਦਲ ਕੀ ਹੈ, ਮੰਨ ਲਓ ਨੀਚੇ ਐਗਜ਼ਾਮਪਲ ਹੈ, ਤੁਸੀਂ ਮੈਂ ਬਾਅਦ 'ਚੋਂ ਫਿਰ ਉੱਥੇ ਚੱਲਦੇ ਹਾਂ ਆਪਾਂ। ਆਈ ਪਲੇ, ਹੀ ਪਲੇ, ਕੇਵਲ ਆਈ ਨੂੰ ਚੇਂਜ ਕਰਤਾ ਹੀ, ਕਿ ਨਹੀਂ ਪ੍ਰਨਾਊਨਸ ਆਪਾਂ ਇੱਥੇ ਲਗਾ ਸਕਦੇ ਹਾਂ, ਨਾਊਨਸ ਆਪਾਂ ਇੱਥੇ ਲਗਾ ਸਕਦੇ ਹਾਂ, ਤਾਂ ਸੈਂਟੈਂਸ ਉਹੀ ਰਿਹਾ, ਸਟਰਕਚਰ ਉਹੀ ਰਹੀ, ਪਰ ਮੀਨਿੰਗ ਬਦਲਣੇ ਲੱਗ ਗਏ। ਅਤੇ ਯਾਦ ਵੀ ਈਜ਼ੀ ਹੋ ਜਾਏਗਾ ਬੱਚਿਆਂ ਨੂੰ ਚੇਂਜ ਕਰਕੇ। ਆਪਾਂ ਮੰਨ ਲਓ ਬਲੈਕ ਬੋਰਡ 'ਤੇ ਪਲੇ ਲਿਖਤਾ, ਉਹਦੇ ਨਾਲ ਬੱਚਾ ਜੋੜ ਕੇ ਬਣਾਓ ਵਾਕ। ਆਈ ਪਲੇ, ਹੀ ਪਲੇਜ਼, ਦੇ ਪਲੇ, ਆਈ ਐਮ ਪਲੇਇੰਗ, ਹੀ ਇਜ਼ ਪਲੇਇੰਗ, ਸ਼ੀ ਇਜ਼ ਪਲੇਇੰਗ, ਰਾਮ ਇਜ਼ ਪਲੇਇੰਗ, ਗੀਤਾ ਇਜ਼ ਪਲੇਇੰਗ, ਕਿੰਨੇ ਹੀ ਵਾਕ ਬਣਾ ਸਕਦੇ ਨੇ। A teacher can prepare a table and a number of structures the same kind of choosing a grammatically correct structure. ਸਟਰਕਚਰ ਜਿਹੜੀ ਹੈ ਆਪਾਂ ਗ੍ਰਾਮੈਟਿਕਲੀ ਕਰੈਕਟ ਹੋਣੀ ਚਾਹੀਦੀ ਹੈ। ਮੰਨ ਲਓ ਆਈ ਪਲੇ ਦੇ ਨਾਲ ਆਪਾਂ ਪਲੇਜ਼ ਨਹੀਂ ਲਗਾਇਆ, ਹੀ ਦੇ ਨਾਲ ਪਲੇਜ਼ ਹੈ, ਦੇ ਨਾਲ ਪਲੇ ਹੈ, ਆਈ ਐਮ ਪਲੇਇੰਗ, ਐਮ ਲਗਾਇਆ, ਇੰਕ ਲਗਾਇਆ, ਤਾਂ ਚੂਜ਼ ਕਰ ਸਕਦਾ ਟੀਚਰ। ਮੰਨ ਲਓ ਇੱਕ ਵਰਡ ਹੀ ਲਿਖਦੇ ਤਾਂ ਕਾਫੀ ਸਾਰੀਆਂ ਸਟਰਕਚਰ ਤੋਂ ਫਾਰਮ ਹੋ ਜਾਣਗੀਆਂ। ਅਗਰ ਇਸ ਨੂੰ ਵਰਬ ਚੇਂਜ ਕਰਕੇ ਬਣਾਉਣਾ ਚਾਹੁੰਦੇ ਹਾਂ ਆਪਾਂ, ਦੇਖੋ ਧਿਆਨ ਨਾਲ ਬੱਚਿਓ, ਜੇ ਆਪਾਂ ਆਈ ਪਲੇ ਦੀ ਥਾਂ 'ਤੇ ਸਿਰਫ ਬੱਚਿਆਂ ਨੂੰ ਕਹਿੰਦੇ ਕਿ ਵਰਬ ਚੇਂਜ ਕਰਕੇ ਬਣਾਓ, ਦੈਨ ਦੇ ਕੈਨ ਆਲਸੋ ਮੇਕ ਆਈ ਰੀਡ, I sing, this one also I sing, ਇਹ ਵੀ ਬਣਾ ਸਕਦੇ ਨੇ।
आई लाइक रीडिंग, आई लव रीडिंग। देखो ये भी बर्ब चेंज करती, लाइक लव, इस तरह रीडिंग भी चेंज करना। आई लाइक सिंगिंग, आई लव सिंगिंग। ही ब्रोक माई टॉय, राम ब्रोक हिज टॉय। ही चेंज करता, ही दे नाल राम चेंज हो गया, तो बच्चा एक सीख जूगा कि इत्थे आप माई ना हिज लाता, इत्थे माई भी हो सकते, नो प्रॉब्लम, इत्थे दोनों हो सकते हैं। माई इज़ आल्सो करैक्ट। तो ये सबसटीट्यूशन मैथड जिहदे विच असीं एक स्ट्रक्चर लैके कई सारिया स्ट्रक्चर्स बच्चों पढ़ा सकते हैं। उहदे नाल नाउन, वर्ब, एडजेक्टिव सारा कुछ बच्चे सीख जाते हैं। पर नाउनस एक स्ट्रक्चर लैके टीचर एक टेबल प्रिपेयर कर लैंदा पहला ईजी लैवल का कि बच्चे उसनों अंडरस्टैंड कर सकन तो रिस्पोंड कर सकन। दिस इज़ पामर्स सबसटीट्यूशन मैथड। पहला ਆਪਾਂ ड्रिल मैथड किया, सबसटीट्यूशन मैथड। बाकी जो टीचर ਨੂੰ क्लासरूम ਦੇ ਵਿੱਚ सही लगे, ही और शी कैन यूज़ द मैथड। बट आर द एडवांटेजेस ऑफ स्ट्रक्चर अप्रोच। ਹੁਣ ਇਹਦੇ ਬੈਨੀਫਿਟਸ ਕੀ ਨੇ? ਕੋਈ फ़ायदा ਹੁੰਦਾ स्ट्रक्चर अप्रोच ਨਾਲ? ਤੁਸੀਂ ਇੰਨਾ ਪੜ੍ਹੇ ਹੈ, ਇੰਨਾ ਸੁਣਿਆ ਕਿ ਤੁਹਾਨੂੰ ਲੱਗਿਆ ਇਹਦਾ फ़ायदा ਹੋਏਗਾ। ਨੈਚੁਰਲੀ ਇਨੇਬਲਸ द स्टूडेंट्स टू स्पीक इंग्लिश फ्लुएंटली। स्पीक ते ज़्यादा जोर देना है। बार बार मैं ये गल कह रही हूँ कि स्पीकिंग ते स्पोकन फॉर्म ते जोर दिता जा सकता है। हैबिट फॉर्मेशन, जो ड्रिल करांगे, प्रैक्टिस करांगे, हैबिट तो फॉर्म होएगी। बड़ा साइकोलॉजिकल मैथड है, सिंपल टू कंपलैक्स। सिंपल तो कंपलैक्स वाल जाता है। विजिबल टू इनविजिबल। डिवेलपमेंट ऑफ 4 स्किल्स LSRW दी। पहला लिसन करेगा बच्चा, फिर स्पीक करेगा, फिर रीड करेगा, फिर राइट करेगा। लैंग्वेज इज़ टॉट इन इंटरस्टिंग वे, मीनिंगफुल वे। बच्चे को नहीं लगेगा कि टीचर बोली जाता मैं क्लास बस सुनी जाना। नो, ही और शी वुड पार्टिसिपेट। अगर टीचर पूछेगा बेटा आई प्ले की थां ते कोई होर वाक बन सकता है, वो आंसर भी दे सकते हैं कि ही लग सकते, लग सकता है। नो मच बर्डन ऑन स्टूडेंट्स माइंड्स। कोई बहुता बर्डन नहीं, क्लासरूम दे विच हो जाता सारा कुछ। ब्लैकबोर्ड पर अगर लिखा होया तो उस तो ही बच्चे रिस्पोंड करी जाते। बहुता बर्डन नहीं पैंदा बच्चों के, रिलैक्स मूड के रहते हैं। यूज इन डेली लाइफ एज इट इज सिचुएशनल अप्रोच, क्योंकि सारे ही वाक, सारिया ही स्ट्रक्चर्स जो लईआं जांदियां ने सिचुएशन बेस्ड ने, स्थिति नाल संबंधित ने, आम लाइफ के विच वरतों चाहते हैं। अ लर्नर इज़ मोर एक्टिव दैन टीचर। आप बार बार कह रहे हैं कि लर्नर एक्टिव होंगे तो होना भी चाहिए। लर्नर सेंटर्ड अप्रोचेज ये अजकल कामयाब ने। कल टीचर बोली जाए, बच्चे एक्टिव ने पार्ट ना करें, जिन्होंने सिखाना तो रिस्पोंड ही नहीं कर रहा। ईजी टू लर्न ए स्मॉल स्ट्रक्चर, नॉट सेंटेंसेस, नॉट कंपलैक्स ग्रामर, नॉट सेंटेंसेस। ईजी टू लर्न। स्ट्रक्चर्स नूं समझना बहुत ईजी होंगे। जिवें ही प्लेज, आई प्ले, छोटा जा बड़ा वाक्य बच्चों ने ईजीली समझ आ जाता है। जो आप बाले ग्रामर के पैन गए, सबजेक्ट है, प्रनाउन है, नाउन है, वर्ब है, इस तो बच्चा थोड़ा जा उलझ जाता है, कन्फ्यूज हो जाता है। उसका माइंड इन्ना अजे परिपक्व नहीं होया होंदा, मैच्योर नहीं होया होंदा उसनूं समझ सके। और जो एक बार स्ट्रक्चर सीख गया तो उस तो बाद सेंटेंस फॉर्मेशन भी सीख जाएगा ऑटोमैटिकली। पर हर एक अप्रोच जी है किसी दोष तो रहत नहीं हो सकती। हर अप्रोच के प्रोज एंड कॉन्स होंदे ने, डूज एंड डोंट्स होंदे ने, तो इसदियां भी लिमिटेशनस ने। ये भी परफेक्ट नहीं है कि उसने परफेक्टली यूज़ करना पैंदा है कि किस लैसन ली, किस कंटेंट ली किहड़ी अप्रोच का प्रयोग किया जाता है। दिस डिपेंड्स ऑन द टीचर होली। टीचर ने सोचना होंदा कि इसनूं इस तरीके नाल वधिया पढ़ाया जा सकता है। तो लिमिटेशनस की ने इहदियां? लैक ऑफ कॉम्पिटेंट एंड रिसोर्सफुल टीचर्स एज सिलैक्शन एंड ग्रेडेशन ऑफ स्ट्रक्चर्स रिक्वायर्ड। टीचर्स जोड़े है बहुत घट उपलब्ध ने। अपन पता बेटा टीचर्स की पहले ही घाट है, तो फिर पूरे वो टीचर्स जोड़े इस चीज़ प्रति सिक्खित होना भी जरूरी नहीं है कि उन्होंने इस अप्रोच की पूरी जानकारी हो, इस अप्रोच का यूज़ लै सकन पूरा। सिलैक्ट करने वेले मान लो स्ट्रक्चर्स ही गलत सिलैक्ट कर लेंगे, टफ लै लेंगे, बच्चों को समझ ही नहीं आती। फिर ग्रेडेशन उन्होंने सही नहीं करते, वो कोई ग्रुपिंग नहीं, कोई सीक्वेंस नहीं बनती, मतलब बेहिसाबी बेतरतीबी स्ट्रक्चर्स बनाते हैं ना, तो बच्चों को समझ नहीं आता। रिसोर्सफुल टीचर जोड़े ने मोर शुड बी अपॉइंटिड। तो जे अपॉइंटमेंट उन्होंने ज़्यादा होगी तो शायद उसनों वधिया वरते जा सकता, पर कई बार इन्हां रिसोर्सिस की घाट होंदी है। विच मटीरियल एंड हाउ मच मैटर टू बी प्रोवाइडेड टू द स्टूडेंट्स। विच मटीरियल केड़ा मैटर लेना है, केड़ियां स्ट्रक्चर चूज़ करनियां, उपरली लाइन नाल संबंधित है। एंड हाउ मच मैटर, तो किन्ना को मैटर एक दिन के बच्चों देना, एक दिन च, एक महीने च, हफ्ते च कितना मैटर प्रेजेंट करना है। हाउ मैनी स्ट्रक्चर्स इन वन डे। बच्चे के मैंटल लैवल का, बच्चे की रिसैप्टिवनैस का टीचर को पता होना चाहिए कि इन्ना को मैटर बच्चा जोड़ा ग्रास्प कर सकता है।
ਡਿਫਿਕਲਟ ਟੂ ਕੰਪਲੀਟ ਫੁੱਲ ਸਿਲੇਬਸ। ਹੁਣ ਆਪਾਂ ਗੱਲ ਤਾਂ ਕਰਤੀ ਕਿ ਬਹੁਤ ਥੋੜ੍ਹਾ ਮੈਟਰ ਦੇਣਾ ਚਾਹੀਦਾ, ਪਰ ਇਸ ਦੇ ਨਾਲ ਸਿਲੇਬਸ ਕਿਵੇਂ ਹੋਏਗਾ। ਟੀਚਰਸ ਦੇ ਸਾਹਮਣੇ ਵੱਡੀ ਸਮੱਸਿਆ ਹੁੰਦੀ ਹੈ ਕਿ ਜੇ ਉਹ ਬੱਚਿਆਂ ਦੇ ਲੈਵਲ 'ਤੇ ਜਾ ਕੇ ਇੰਡੀਵਿਜੂਅਲ ਅਪਰੋਚ ਮੈਥਡ ਯੂਜ਼ ਕਰਦਾ ਹੈ ਤਾਂ ਸਿਲੇਬਸ ਕੰਪਲੀਟ ਨਹੀਂ ਹੁੰਦਾ। ਕੋਈ ਬੱਚਾ ਬਹੁਤ ਹੀ ਸਲੋ ਲਰਨਰ ਹੁੰਦਾ, ਕੋਈ ਥੋੜ੍ਹਾ ਫਾਸਟ ਲਰਨ ਕਰ ਲੈਂਦਾ, ਤਾਂ ਸਟਰਕਚਰ ਬੱਚੇ ਜੇ ਅਗਰ ਘੱਟ ਆਪਾਂ ਬੱਚੇ ਨੂੰ ਕਰਵਾਉਣੇ ਆ ਤਾਂ ਸਿਲੇਬਸ ਕਿਸ ਤਰ੍ਹਾਂ ਕੰਪਲੀਟ ਹੋਏਗਾ। ਇਟ ਇਜ਼ ਨਾਟ ਫਿਟ ਫਾਰ ਹਾਇਰ ਐਜੂਕੇਸ਼ਨ, ਹਾਇਰ ਕਲਾਸਿਸ ਲਈ ਫਿਟ ਨਹੀਂ ਹੈ, ਜੂਨੀਅਰ ਕਲਾਸਿਸ ਲਈ ਤਾਂ ਵਧੀਆ ਹੈ। ਸਮਝਾਉਣਾ ਹੈ ਸੋ ਮਚ ਡਰਿਲ ਲਰਨ ਫੀਲ ਸਪੋਰਟ। ਕਈ ਵਾਰ ਆਪਾਂ ਸੇਮ ਸਟਰਕਚਰ ਨੂੰ ਬਾਰ ਕਰਾਈ ਜਾਈਏ ਤਾਂ ਵੀ ਜਿਹੜਾ ਮਤਲਬ ਹੋਇਆ ਲਰਨਰ ਆ ਥੋੜ੍ਹਾ ਬੋਰ ਹੋ ਜਾਂਦਾ ਹੈ, ਉਸ ਨੂੰ ਐਂ ਲੱਗਦਾ ਕਿ ਉਹੀ ਚੀਜ਼ ਕਰਵਾਈ ਜਾ ਰਹੀ ਹੈ। ਇਗਨੋਰੈਂਸ ਆਫ ਟੈਕਸਟ ਬੁੱਕਸ ਐਂਡ ਅਦਰ ਮਟੀਰੀਅਲ। ਜੋ ਟੈਕਸਟ ਬੁੱਕਸ ਸਿਲੇਬਸ ਉਹ ਪਹਿਲਾਂ ਗੱਲ ਕੀਤੀ ਹੈ ਉਹਦੀ ਇਹਦੇ ਵਿੱਚ ਇਗਨੋਰੈਂਸ ਹੋ ਜਾਂਦੀ ਹੈ, ਉਹਦਾ ਧਿਆਨ ਨਹੀਂ ਦੇਣਾ ਪੈਂਦਾ ਕਿਉਂਕਿ ਜਦੋਂ ਟੀਚਰ ਆਪਣੇ ਤੌਰ 'ਤੇ ਟੇਬਲਸ ਵਗੈਰਾ ਪ੍ਰਪੇਅਰ ਕਰਕੇ ਸਟਰਕਚਰਸ ਕਰਵਾ ਰਹੇ ਹੈ ਤਾਂ ਟੈਕਸਟ ਬੁੱਕ ਦੀ ਯੂਜ਼ ਘੱਟ ਜਾਂਦੀ ਹੈ ਅਤੇ ਬੱਚੇ ਉਹਦੇ ਵੱਲ ਧਿਆਨ ਵੀ ਦੇਣੋਂ ਹਟ ਜਾਂਦੇ ਆ। ਕਈ ਵਾਰ ਓਨਾ ਕੀ ਸਮਝਣ ਲੱਗ ਜਾਂਦਾ ਜਿੰਨਾ ਕੁ ਟੀਚਰ ਕਰਵਾਉਂਦਾ। ਨਾਟ ਹੈਲਪਫੁਲ ਇਨ ਡਿਵੈਲਪਿੰਗ ਕ੍ਰੀਏਟੀਵਿਟੀ। ਬੱਚਿਆਂ ਦਾ ਆਪਣਾ ਮਾਈਂਡ ਓਨਾ ਯੂਜ਼ ਨਹੀਂ ਹੁੰਦਾ, ਕ੍ਰੀਏਟਿਵ ਨਹੀਂ ਜ਼ਿਆਦਾ ਹੁੰਦੇ ਬੱਚੇ, ਕਿਉਂਕਿ ਉਹਨਾਂ ਨੂੰ ਸਾਹਮਣੇ ਮਟੀਰੀਅਲ ਪ੍ਰੈਜ਼ੈਂਟ ਕਰ ਦਿੱਤਾ ਗਿਆ, ਉਹ ਵੀ ਈਜ਼ੀ ਫਾਰਮ ਦੇ ਵਿੱਚ, ਸਿੰਪਲ ਫਾਰਮ ਦੇ ਵਿੱਚ, ਅਤੇ ਉਸੇ ਨੂੰ ਹੀ ਉਹਨਾਂ ਨੇ ਲਰਨ ਕਰਨਾ, ਯਾਦ ਕਰਨਾ, ਡਰਿਲ ਕਰਨੀ ਹੈ, ਫਿਰ ਸਪੀਕ ਕਰਨਾ। ਤਾਂ ਇਸ ਤਰ੍ਹਾਂ ਜ਼ਿਆਦਾ ਜਿਹੜੀ ਕ੍ਰੀਏਟਿਵਿਟੀ ਦੀ ਲੋੜ ਨਹੀਂ ਪੈਂਦੀ, ਇਸ ਕਰਕੇ ਕਮੀਆਂ ਨੇ। ਇਨ ਸਪਾਈਟ ਆਫ ਥੀਸ ਡਿਮੈਰਿਟਸ we can say that structural approach is very much useful because of objectives। ਇਹਦੇ ਆਬਜੈਕਟਿਵ ਵੀ ਇੰਨੇ ਵਧੀਆ ਨੇ, ਦੇਖੋ ਕਿੰਨੇ ਵੀ 275 ਗ੍ਰੇਡਡ ਸਟਰਕਚਰਸ ਬੱਚਿਆਂ ਨੂੰ ਆ ਜਾਣ, 3000 ਵਰਡਸ ਬੱਚਿਆਂ ਨੂੰ ਆ ਜਾਣ, ਕੋ ਰਿਲੇਸ਼ਨ ਹੋਵੇ, LSRW ਹੋ ਜੇ, ਓਰਲ ਅਪਰੋਚ ਹੈ ਇਹਦੇ ਵਿੱਚ। ਅੱਜ ਕੱਲ੍ਹ ਇਸ ਅਪਰੋਚ 'ਤੇ ਬੜਾ ਹੀ ਜ਼ੋਰ ਦਿੱਤਾ ਜਾ ਰਿਹਾ ਕਿ ਬੱਚਿਆਂ ਦੀ ਲਿਸਨਿੰਗ ਐਂਡ ਸਪੀਕਿੰਗ ਦੋਨੋਂ ਸਕਿੱਲਸ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ। ਇਸ ਕਰਕੇ ਜਿਹੜੀ ਇਹ ਹੈ ਸਟਰਕਚਰਲ ਮੈਥਡ ਹੈ, ਮੈਥਡ ਨਹੀਂ ਅਪਰੋਚ ਹੈ, ਇਹ ਬਹੁਤ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ। ਪਰ ਕਿਸ ਟੌਪਿਕ ਦੇ ਲਈ ਕਿੰਨੀ ਮਾਤਰਾ ਦੇ ਵਿੱਚ ਯੂਜ਼ ਕਰਨਾ ਹੈ ਇਸ ਨੂੰ, ਇਹ ਟੀਚਰ ਨੂੰ ਵੇਖਣਾ। ਤਾਂ ਆਪਾਂ ਹੁਣ ਸਟਰਕਚਰਸ ਦੇ ਮੀਨਿੰਗਸ ਕੀਤੇ ਨੇ ਕਿ ਕਿਸ ਨੂੰ ਸਟਰਕਚਰ ਕਿਹਾ ਜਾਂਦਾ ਹੈ, ਫਿਰ ਕਾਇੰਡਸ ਕਿੰਨੇ ਟਾਈਪਸ ਦੀਆਂ ਨੇ, ਇਹ ਆਬਜੈਕਟਿਵਸ ਕੀ ਨੇ, ਮੈਥਡ ਕੀ ਹੈ ਟੀਚਿੰਗ ਦੇ, ਡਰਿਲ ਐਂਡ ਪਾਮਰਸ ਸਬਸਟੀਟਿਊਸ਼ਨ ਮੈਥਡ। ਫਿਰ ਐਡਵਾਂਟੇਜਸ ਕੀ ਹੈ ਕਿ ਬਹੁਤ ਈਜ਼ੀ ਹੈ ਇਸ ਵੇ ਨਾਲ ਬੱਚਿਆਂ ਨੂੰ ਸਿੱਖਣਾ, ਔਰ ਹੈਬਿਟ ਵੀ ਬਣਦੀ ਹੈ, ਔਰ ਸਪੋਕਨ ਇੰਗਲਿਸ਼ 'ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਸਪੀਚ ਮੋਰ ਐਕਟਿਵ ਲਰਨਰ ਰਹਿੰਦਾ ਹੈ। ਲਿਮੀਟੇਸ਼ਨਸ ਹਰ ਅਪਰੋਚ ਦੀਆਂ ਹੁੰਦੀਆਂ ਅਤੇ ਇਸ ਦੀਆਂ ਵੀ ਹੈ ਕਿ ਬੱਚਾ ਕਈ ਵਾਰ ਬੋਰ ਵੀ ਹੋ ਜਾਂਦਾ ਹੈ ਔਰ ਕਈ ਵਾਰ ਉਹਨਾਂ ਕ੍ਰੀਏਟਿਵ ਵੀ ਨਹੀਂ ਰਹਿੰਦਾ। ਦੈਟਸ ਆਲ ਸਟੂਡੈਂਟਸ, ਦਿਸ ਇਜ਼ ਆਲ ਅਬਾਊਟ ਸਟਰਕਚਰਲ ਅਪਰੋਚ। I think you have learned well. Okay beta, thank you.